Today's topic is polarity of bonds. Up to resonance we have discussed, है ना. This is our next topic, that is polarity of bonds. Polarity of bonds means ਆਪਾਂ ਕਿਹੜੇ bond ਦੀ polarity ਚੈੱਕ ਕਰਨੀ ਹੈ, ਕੋਵੈਲੈਂਟ bond ਦੀ. ਠੀਕ ਹੈ, ਜਦੋਂ ਤੁਸੀਂ ਕੋਵੈਲੈਂਟ ਬੌਂਡ ਦੀ ਪੋਲੈਰਿਟੀ ਦੇਖਣੀ ਹੈ ਤਾਂ ਕੋਵੈਲੈਂਟ ਬੌਂਡ ਇਜ਼ ਆਫ ਟੂ ਟਾਈਪ. ਆਪਣੇ ਕੋਲ ਦੋ ਟਾਈਪ ਦਾ ਹੁੰਦਾ ਹੈ, ਪੋਲਰ ਕੋਵੈਲੈਂਟ ਬੌਂਡ ਅਤੇ ਨੋਨ ਪੋਲਰ ਕੋਵੈਲੈਂਟ ਬੌਂਡ. ਇਹਦੀਆਂ ਟਾਈਪ ਨੇ ਪੋਲਰ ਅਤੇ ਨੋਨ ਪੋਲਰ. ਪੋਲਰ ਕੋਵੈਲੈਂਟ ਮਤਲਬ ਜਿਹਦੇ 'ਚ ਦੋ ਪੋਲਸ ਹੋਣਗੇ, ਇੱਕ ਪੋਜ਼ੀਟਿਵ ਅਤੇ ਇੱਕ ਨੈਗੇਟਿਵ. ਇਹ ਬਣਿਆ ਕਿਤੇ ਤਾਂ ਹੋਊਗਾ ਮੇਡ ਅਪ ਆਫ ਜਾਂ ਮੇਡ ਅਪ ਬਿਟਵੀਨ ਟੂ ਡਿਫਰੈਂਟ ਐਟਮਸ. ਇਹ ਡਿਫਰੈਂਟ ਅਲੱਗ-ਅਲੱਗ ਐਟਮਸ ਦੇ ਵਿਚਕਾਰ ਬਣਿਆ ਹੋਊਗਾ. ਜਿਹੜੇ ਐਟਮਸ ਦੀ ਇਲੈਕਟ੍ਰੋਨੈਗੇਟਿਵਿਟੀ ਵੀ ਕੀ ਹੋਊਗੀ, ਡਿਫਰੈਂਟ ਹੋਊਗੀ, ਅਲੱਗ-ਅਲੱਗ ਹੋਊਗੀ. ਠੀਕ ਹੈ, ਅੰਡਰਸਟੂਡ ਹੀ ਹੈ, ਜਦੋਂ ਐਟਮ ਅਲੱਗ ਨੇ ਤਾਂ ਉਹਨਾਂ ਦੀ ਇਲੈਕਟ੍ਰੋਨੈਗੇਟਿਵਿਟੀ ਵੀ ਅਲੱਗ-ਅਲੱਗ ਹੀ ਹੋਊਗੀ. ਠੀਕ ਹੈ, ਦੈਨ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਕਰਕੇ ਉਹਨਾਂ 'ਤੇ ਪੋਜ਼ੀਟਿਵ ਅਤੇ ਨੈਗੇਟਿਵ ਪੋਲਸ ਆ ਜਾਣਗੇ. ਜਿਵੇਂ ਇਲੈਕਟ੍ਰੋਨੈਗੇਟਿਵਿਟੀ ਹੁੰਦੀ ਕੀ ਆ, ਇਟ ਇਜ਼ ਅ ਟੈਂਡੈਂਸੀ ਟੂ ਅਟਰੈਕਟ ਦਾ ਸ਼ੇਅਰਡ ਪੇਅਰ ਆਫ ਇਲੈਕਟ੍ਰੋਨ. ਕਿ ਜਿਹੜਾ ਕੋਵੈਲੈਂਟ ਬੌਂਡ ਦੇ ਵਿੱਚ ਸ਼ੇਅਰਡ ਪੇਅਰ ਇਲੈਕਟ੍ਰੋਨ ਆ ਉਹਨਾਂ ਨੂੰ ਅਟਰੈਕਟ ਕਰਨ ਦੀ ਪਾਵਰ ਨੂੰ ਆਪਾਂ ਕੀ ਕਹਿੰਦੇ ਆ, ਇਲੈਕਟ੍ਰੋਨੈਗੇਟਿਵਿਟੀ. ਹੁਣ ਐਗਜ਼ਾਮਪਲ ਹੈ, ਜਿਵੇਂ ਆਪਣੇ ਕੋਲ HCl ਹੈ. HCl ਦੇ ਵਿੱਚ ਕਲੋਰੀਨ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ ਹਾਈਡਰੋਜਨ ਨਾਲੋਂ. ਤਾਂ ਜਿਹੜੇ ਇਲੈਕਟ੍ਰੋਨ ਆ ਉਹ ਥੋੜ੍ਹੇ ਬਹੁਤ ਕਿਹਦੇ ਵੱਲ ਸ਼ਿਫਟ ਹੋ ਗਏ, ਕਲੋਰੀਨ ਵੱਲ ਸ਼ਿਫਟ ਹੋ ਗਏ. ਜਦੋਂ ਇਹ ਕਲੋਰੀਨ ਵੱਲ ਸ਼ਿਫਟ ਹੋ ਗਏ ਤਾਂ ਕਲੋਰੀਨ 'ਤੇ ਡੈਲਟਾ ਨੈਗੇਟਿਵ ਚਾਰਜ ਆ ਗਿਆ, ਇਹਦੇ 'ਤੇ ਡੈਲਟਾ ਪੋਜ਼ੀਟਿਵ ਆ ਗਿਆ. ਠੀਕ ਹੈ, ਮੀਨਸ ਪਾਰਸ਼ੀਅਲ ਚਾਰਜਸ ਆ ਗਏ. ਤਾਂ ਇਹਦਾ ਮਤਲਬ ਕੀ ਹੈ ਕਿ ਇਹਦੇ 'ਤੇ ਪੋਜ਼ੀਟਿਵ ਅਤੇ ਨੈਗੇਟਿਵਸ ਪੋਲਸ ਜਨਰੇਟ ਹੋ ਗਏ. ਦੈਟ ਮੀਨਸ ਇਹ ਕੀ ਆ ਗਿਆ, ਪੋਲਰ ਆ ਗਿਆ. ਜੇ ਪੋਲਸ ਹੈ ਤਾਂ ਪੋਲਰ ਹੈ. ਪੋਲਸ ਕਿਉਂ ਜਨਰੇਟ ਹੁੰਦੇ ਆ, ਡਿਊ ਟੂ ਡਿਫਰੈਂਸ ਬਿਟਵੀਨ ਇਲੈਕਟ੍ਰੋਨੈਗੇਟਿਵਿਟੀ. ਇਹ ਆ ਗਿਆ ਆਪਣੇ ਕੋਲੇ ਪੋਲਰ ਕੋਵੈਲੈਂਟ ਬੌਂਡ. ਨੈਕਸਟ ਇਜ਼ ਨੋਨ ਪੋਲਰ ਕੋਵੈਲੈਂਟ. ਹੁਣ ਨੋਨ ਪੋਲਰ ਹੈ ਮੀਨਸ ਪੋਲਸ ਨਹੀਂ ਹੋਣਗੇ, ਮੀਨਸ ਇਹ 'ਤੇ ਪੋਜ਼ੀਟਿਵ ਨੈਗੇਟਿਵ ਚਾਰਜਸ ਨਹੀਂ ਹੋਣਗੇ. ਇਹ ਕੀ ਹੈ, ਮੇਡ ਅਪ ਬਿਟਵੀਨ ਟੂ ਸੇਮ ਐਟਮਸ. ਉਹ ਡਿਫਰੈਂਟ ਐਟਮਸ 'ਚ ਬਣਦਾ ਸੀ, ਇਹ ਸੇਮ ਐਟਮਸ ਦੇ ਵਿੱਚ ਬਣਦਾ. ਜੇ ਐਟਮ ਸੇਮ ਨੇ ਤਾਂ ਉਹਨਾਂ ਦੀ ਇਲੈਕਟ੍ਰੋਨੈਗੇਟਿਵਿਟੀ ਵੀ ਕੀ ਹੋਊਗੀ, ਸੇਮ ਹੋਊਗੀ. ਜਿਵੇਂ H2F2. ਹੁਣ ਜਿੰਨੀ ਇਸ ਹਾਈਡਰੋਜਨ ਦੀ ਇਲੈਕਟ੍ਰੋਨੈਗੇਟਿਵਿਟੀ ਉਨੀ ਇਹਦੀ ਹੈ, ਦੈਟ ਮੀਨਸ ਇਲੈਕਟ੍ਰੋਨ ਜਿੰਨੇ ਇਹਦੇ ਕੋਲ ਆ ਉਨੇ ਹੀ ਇਹਦੇ ਕੋਲ ਆ. ਤਾਂ ਕਰਕੇ ਦੋਨਾਂ 'ਤੇ ਕੋਈ ਚਾਰਜ ਨਹੀਂ ਹੈਗੇ. ਜੇ ਦੋਨਾਂ 'ਤੇ ਪੋਲਸ ਨਹੀਂ ਹੈਗੇ ਤਾਂ ਇਹ ਆਪਣੇ ਕੋਲੇ ਕਿਹੜਾ ਬੌਂਡ ਆ ਗਿਆ, ਨੋਨ ਪੋਲਰ ਕੋਵੈਲੈਂਟ ਬੌਂਡ. ਪਹਿਲਾ ਆ ਗਿਆ ਪੋਲਰ ਕੋਵੈਲੈਂਟ ਬੌਂਡ ਜਿੱਤੇ ਪੋਲਸ ਬਣਦੇ ਆ. ਪੋਲਸ ਕਿਉਂ ਬਣਦੇ, ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਕਰਕੇ. ਨੋਨ ਪੋਲਰ ਦੇ ਵਿੱਚ ਐਟਮ ਸੇਮ ਹੁੰਦੇ ਆ ਤਾਂ ਕਰਕੇ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਨਹੀਂ ਹੁੰਦਾ. ਜੇ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਨਹੀਂ ਹੁੰਦਾ ਮੀਨਸ ਆਪਣੇ ਕੋਲੇ ਜਿਹੜੇ ਹੈਗੇ ਆ ਪੋਲੈਰਿਟੀ ਨਹੀਂ ਆਉਂਦੀ, ਤਾਂ ਕਰਕੇ ਇਹ ਨੋਨ ਪੋਲਰ ਹੈ. ਉਸ ਤੋਂ ਬਾਅਦ ਆਉਂਦਾ ਆਪਣੇ ਕੋਲੇ ਕੁਆਂਟੀਟੇਟਿਵ ਮੈਸ਼ਰਮੈਂਟ ਆਫ ਪੋਲੈਰਿਟੀ. ਕਿ ਆਪਾਂ ਜਿਹੜੀ ਪੋਲੈਰਿਟੀ ਕਹਿ ਤੀ ਕਿ ਬੌਂਡ 'ਚ ਪੋਲੈਰਿਟੀ ਹੁੰਦੀ ਆ, ਕੋਵੈਲੈਂਟ ਬੌਂਡ ਦੇ ਵਿੱਚ ਪੋਲੈਰਿਟੀ ਆਉਂਦੀ ਹੈ, ਤਾਂ ਉਹਨੂੰ ਆਪਾਂ ਮੈਸ਼ਰ ਕਿਹਦੇ ਨਾਲ ਕਰਦੇ ਹਾਂ, ਆਪਾਂ ਮੈਸ਼ਰ ਕਰਦੇ ਹਾਂ ਉਹਨੂੰ ਡਾਈਪੋਲ ਮੂਮੈਂਟ ਦੇ ਨਾਲ. ਕਿਹਦੇ ਨਾਲ ਮੈਸ਼ਰ ਕਰਦੇ ਹਾਂ ਉਹਨੂੰ ਆਪਾਂ, ਡਾਈਪੋਲ ਮੂਮੈਂਟ ਦੇ ਨਾਲ. ਕੁਆਂਟੀਟੇਟਿਵ ਮੀਨਸ ਕੁਆਂਟਿਟੀ ਦੇ ਵਿੱਚ ਜਿਹੜਾ ਹੈਗਾ ਉਹ ਡਾਈਪੋਲ ਮੂਮੈਂਟ ਨੂੰ, ਪੋਲੈਰਿਟੀ ਨੂੰ ਮੈਸ਼ਰ ਕਰਦੇ ਹਾਂ ਡਾਈਪੋਲ ਮੂਵਮੈਂਟ 'ਚ. ਮੀਨਸ ਕਿੰਨੀ, ਜੇ ਕਿਸੇ ਦੀ ਡਾਈਪੋਲ ਮੂਵਮੈਂਟ ਤੁਹਾਨੂੰ ਦਿੱਤੀ ਹੈ, ਵੈਲਿਊ ਦਿੱਤੀ ਹੈ, ਤਾਂ ਤੁਸੀਂ ਉਹ ਤੋਂ ਪੋਲੈਰਿਟੀ ਗੈਸ ਕਰ ਸਕਦੇ ਹੋ ਉਹਦੀ. ਜਾਂ ਇਹਨੂੰ ਇਹ ਕਹਿ ਸਕਦੇ ਹਾਂ, ਇਟ ਇਜ਼ ਦਾ ਮੈਸ਼ਰ ਆਫ ਡਿਗਰੀ ਆਫ ਪੋਲੈਰਿਟੀ. ਡਿਗਰੀ ਦਾ ਮਤਲਬ ਹੈ ਇੱਥੇ ਹਾਊ ਮੱਚ. ਡਿਗਰੀ ਦਾ ਕੀ ਮਤਲਬ ਹੈ, ਹਾਊ ਮੱਚ. ਕਿ ਕਿੰਨਾ ਕੋਈ ਬੌਂਡ ਪੋਲਰ ਹੈ ਉਹ ਆਪਾਂ ਨੂੰ ਕੌਣ ਦੱਸਦਾ, ਡਾਈਪੋਲ ਮੂਵਮੈਂਟ ਦੱਸਦੀ ਹੈ. ਜਿਵੇਂ ਆਪਣੇ ਕੋਲੇ ਆਪਾਂ ਤਿੰਨ ਟਾਈਪ ਦੇ ਲੈ ਲਏ, HH, HCl, HF. HCl ਨੋਨ ਪੋਲਰ ਆਪਾਂ ਕਰਕੇ ਹਟੇ, HH. HCl ਪੋਲਰ ਹੈ, HF ਵੀ ਪੋਲਰ ਆ. ਹੁਣ ਇਹਨਾਂ ਦੋਨਾਂ ਵਿੱਚੋਂ ਕਿਹੜਾ ਪੋਲਰ ਜ਼ਿਆਦਾ ਅਤੇ ਕਿਹੜਾ ਘੱਟ ਹੈ ਉਹ ਆਪਾਂ ਨੂੰ ਕੌਣ ਦੱਸੇਗਾ, ਡਾਈਪੋਲ ਮੂਵਮੈਂਟ ਦੱਸੇਗੀ. ਠੀਕ ਹੈ, ਪੋਲਰ ਤਾਂ ਆਪਾਂ ਨੂੰ ਪਤਾ ਲੱਗ ਗਿਆ, ਪਰ ਕਿੰਨਾ ਪੋਲਰ ਹੈ, ਹਾਊ ਮੱਚ ਪੋਲੈਰਿਟੀ, ਕਿਹੜਾ ਜ਼ਿਆਦਾ ਕਿਹੜਾ ਘੱਟ ਹੈ, ਕੰਪੈਰੀਜ਼ਨ ਕਰਨਾ ਹੈ, ਤਾਂ ਆਪਾਂ ਨੂੰ ਕਿਹਦੀ ਲੋੜ ਪੈਂਦੀ ਹੈ, ਡਾਈਪੋਲ ਮੂਵਮੈਂਟ ਦੀ ਲੋੜ ਪੈਂਦੀ ਹੈ. ਠੀਕ ਹੈ, ਅਤੇ ਕੁਆਂਟੀਟੇਟਿਵ ਹੈ. ਕੁਆਂਟੀਟੇਟਿਵ ਮਤਲਬ ਆਹ ਵੈਲਿਊਜ਼ ਆ, ਮੰਨ ਲਓ ਇਹਦੀਆਂ ਡਾਈਪੋਲ ਮੂਵਮੈਂਟ ਦੀਆਂ, ਕਿ HF ਲਈ ਇੰਨੀ ਹੈ, HCl ਲਈ ਇੰਨੀ ਹੈ. ਅਤੇ ਜਿਹਦੀ ਵੈਲਿਊ ਜ਼ਿਆਦਾ ਡਾਈਪੋਲ ਮੂਵਮੈਂਟ ਦੀ ਉਹ ਪੋਲਰ ਵੀ ਜ਼ਿਆਦਾ, ਅਤੇ ਜਿਹਦੀ ਘੱਟ ਆ ਉਹ ਘੱਟ ਹੈ. ਠੀਕ ਹੈ, ਤਾਂ ਹੁਣ ਆਪਾਂ ਡਾਈਪੋਲ ਮੂਵਮੈਂਟ ਦੀ ਡੈਫੀਨੇਸ਼ਨ ਦੇਖਦੇ ਹਾਂ. ਡੈਫੀਨੇਸ਼ਨ ਕੀ ਹੈ, ਇਟ ਇਜ਼ ਦਾ ਪ੍ਰੋਡਕਟ ਆਫ ਮੈਗਨੀਟਿਊਡ ਆਫ ਚਾਰਜ ਐਂਡ ਡਿਸਟੈਂਸ ਬਿਟਵੀਨ ਦਾ ਚਾਰਜਸ. ਐਂਡ ਦਾ ਡਿਸਟੈਂਸ ਬਿਟਵੀਨ ਦਾ ਚਾਰਜਸ. ਕਿ ਜਿਹੜੇ ਚਾਰਜ ਦੀ ਆਪਾਂ ਗੱਲ ਕਰਦੇ ਹਾਂ ਉਹ ਦੋ ਚਾਰਜ ਹੋਣਗੇ, ਇੱਕ ਪੋਜ਼ੀਟਿਵ ਹੋਊਗਾ ਇੱਕ ਨੈਗੇਟਿਵ ਹੋਊਗਾ. ਉਹਨਾਂ ਚਾਰਜ 'ਤੇ ਮੈਗਨੀਟਿਊਡ ਕਿੰਨਾ ਹੈ ਅਤੇ ਉਹਦੇ ਵਿੱਚ ਜਿਹੜਾ ਡਿਸਟੈਂਸ ਆ ਉਹ ਕਿੰਨਾ, ਦੋਨਾਂ ਨੂੰ ਮਲਟੀਪਲਾਈ. ਪ੍ਰੋਡਕਟ ਮੀਨਸ ਇੱਥੇ ਮਲਟੀਪਲਾਈ ਹੈ. ਜਦੋਂ ਮਲਟੀਪਲਾਈ ਕਰ ਦੋਗੇ ਤੁਸੀਂ ਤਾਂ ਤੁਹਾਡੇ ਕੋਲ ਕਿਹਦੀ ਵੈਲਿਊ ਆ ਜਾਏਗੀ, ਡਾਈਪੋਲ ਮੂਵਮੈਂਟ ਦੀ. ਡਾਈਪੋਲ ਮੂਵਮੈਂਟ ਨੂੰ ਡਿਨੋਟ ਕਰਦੇ ਹਾਂ ਆਪਾਂ ਮਿਊ ਦੇ ਨਾਲ. ਠੀਕ ਹੈ, ਸਪੋਜ਼ ਆਪਣੇ ਕੋਲ HCl ਹੈ, HCl ਪੋਲਰ ਹੈ, ਆ ਪੋਜ਼ੀਟਿਵ ਚਾਰਜ ਆ, ਨੈਗੇਟਿਵ ਹੈ. ਇਹਨਾਂ ਦੇ ਵਿਚਕਾਰ ਜਿਹੜੀ ਡਿਸਟੈਂਸ ਆ D,
ਇਹ ਕਹਾਂਗੇ ਆਪਾਂ ਡਿਸਟੈਂਸ ਬਿਟਵੀਨ ਦੈਮ, ਅਤੇ ਇਹਨਾਂ 'ਤੇ ਜਿਹੜਾ ਚਾਰਜ ਆ ਇੱਕ ਹੀ ਲੈਣਾ, ਕਿਊ ਦੀ ਵੈਲਿਊ ਸਿਰਫ ਇੱਕ ਲੈਣੀ ਹੈ, ਚਾਹੇ ਪੋਜ਼ੀਟਿਵ ਦੀ ਲੈ ਲਓ ਚਾਹੇ ਨੈਗੇਟਿਵ ਦੀ ਲੈ ਲਓ, ਕਿਉਂਕਿ ਆਪਾਂ ਮੈਗਨੀਟਿਊਡ ਲੈਣਾ, ਨਾਲ ਇਹਦੇ ਸਾਈਨ ਨਹੀਂ ਲੈਣਾ ਵੀ ਪੋਜ਼ੀਟਿਵ ਲੈ ਰਹੇ ਹਾਂ ਕਿ ਨੈਗੇਟਿਵ ਲੈ ਰਹੇ ਹਾਂ। ਔਰ ਜਿੰਨਾ ਮੋਲੀਕਿਊਲ 'ਤੇ ਪੋਜ਼ੀਟਿਵ ਚਾਰਜ ਆ ਉਨਾ ਹੀ ਨੈਗੇਟਿਵ ਹੋਊਗਾ। ਜੇ ਪੋਜ਼ੀਟਿਵ +1 ਹੈ ਤਾਂ ਨੈਗੇਟਿਵ ਵੀ -1 ਹੋਊਗਾ, ਜੇ ਪੋਜ਼ੀਟਿਵ +2 ਆ ਤਾਂ -2 ਨੈਗੇਟਿਵ ਹੋਊਗਾ। ਕਿਉਂ? ਕਿਉਂਕਿ ਓਵਰਆਲ ਮੋਲੀਕਿਊਲ ਆਪਣੇ ਕੋਲੇ ਕੀ ਹੁੰਦਾ, ਨਿਊਟਰਲ ਹੁੰਦਾ। ਠੀਕ ਹੈ, ਓਵਰਆਲ ਮੋਲੀਕਿਊਲ ਨਿਊਟਰਲ ਹੁੰਦਾ, ਤਾਂ ਕਰਕੇ ਜਿੰਨਾ ਪੋਜ਼ੀਟਿਵ ਚਾਰਜ ਉਨਾ ਹੀ ਨੈਗੇਟਿਵ। ਇਹਨੂੰ ਕੈਲਕੂਲੇਟ ਕਰਨ ਦਾ ਡਾਈਪੋਲ ਮੂਮੈਂਟ ਨੂੰ ਫਾਰਮੂਲਾ ਹੈਗਾ Q × D, ਵੇਅਰ Q ਇਜ਼ ਦਾ ਚਾਰਜ ਦੀ ਅਮਾਊਂਟ ਆ ਗਈ, ਅਤੇ D ਮਤਲਬ ਦੋਨੋਂ ਚਾਰਜਸ ਦੇ ਵਿਚਕਾਰ ਜਿਹੜਾ ਸੈਪਰੇਸ਼ਨ ਦਾ ਡਿਸਟੈਂਸ ਆ ਕਿ ਕਿੰਨੀ ਡਿਸਟੈਂਸ ਨਾਲੋਂ ਸੈਪਰੇਟ ਹੋਏ ਨੇ। ਠੀਕ ਹੈ, ਤਾਂ ਇਹ ਆ ਗਿਆ Q × D। ਹੁਣ Q × D ਦੇ ਵਿੱਚ ਆਪਣੇ ਕੋਲੇ ਪੋਲਰ ਅਤੇ ਨੋਨ ਪੋਲਰ, ਜਦੋਂ ਆਪਾਂ ਡਾਈਪੋਲ ਮੂਵਮੈਂਟ ਤੋਂ ਦੇਖਣੇ ਆ ਤਾਂ ਕਿਵੇਂ ਦੇਖਾਂਗੇ। ਨੋਨ ਪੋਲਰ ਦੇ ਵਿੱਚ ਆਪਣੇ ਕੋਲੇ ਕੀ ਆ ਗਿਆ, Q0 ਹੁੰਦਾ, ਕਿਉਂਕਿ ਪੋਲਰ ਹੈ ਉਹਦੇ 'ਤੇ ਕੋਈ ਚਾਰਜ ਨਹੀਂ ਜਨਰੇਟ ਹੁੰਦਾ ਗਾ। ਦੋਨੋਂ ਐਟਮਸ 'ਤੇ ਕੋਈ ਚਾਰਜ ਨਹੀਂ ਹੁੰਦਾ ਤਾਂ Q ਦੀ ਵੈਲਿਊ 0 ਆ ਗਈ। Q ਵੀ 0 ਆ ਗਿਆ ਤਾਂ ਆਪਣੇ ਕੋਲੇ ਮਿਊ ਵੀ ਕਿੰਨਾ ਆ ਗਿਆ, 0 ਆ ਗਿਆ। ਨੋਨ ਪੋਲਰ 'ਚ Q0 ਨਹੀਂ ਹੁੰਦਾ, ਕੋਈ ਨਾ ਕੋਈ ਚਾਰਜ ਦੀ ਵੈਲਿਊ ਹੁੰਦੀ ਹੈ। ਉਹ ਵੈਲਿਊ ਦੈਟ ਮੀਨਸ ਮਿਊ ਆ ਜਿਹੜਾ ਉਹ ਕੀ ਹੈ, ਨਾਟ ਇਕੁਅਲ ਟੂ 0, ਮੀਨਸ ਡਾਈਪੋਲ ਮੂਮੈਂਟ ਨਾਟ ਇਕੁਅਲ ਟੂ 0 ਫॉर ਪੋਲਰ। ਇਫ ਇਟ ਇਜ਼ ਇਕੁਅਲ ਟੂ ਤਾਂ ਮੋਲੀਕਿਊਲ ਇਜ਼ ਨੋਨ ਪੋਲਰ, ਜਾਂ ਜੇ ਨੋਨ ਪੋਲਰ ਆ ਤਾਂ ਮਿਊ 0 ਹੋਊਗਾ, ਜੇ ਮਿਊ 0 ਆ ਤਾਂ ਨੋਨ ਪੋਲਰ ਹੋਊਗਾ। ਮੀਨਸ ਦੀਜ਼ ਬੋਥ ਆਰ ਦਾ ਕੰਪਲੀਮੈਂਟਰੀ ਟੂ ਈਚ ਅਦਰ, ਕਿ ਜੇ ਇੱਕ ਵੈਲਿਊ 0 ਆ ਤਾਂ ਅੰਡਰਸਟੂਡ ਆ ਮੋਲੀਕਿਊਲ ਨੋਨ ਪੋਲਰ ਹੈ। ਜੇ ਤੁਹਾਨੂੰ ਕਿਹਾ ਵੀ ਮੋਲੀਕਿਊਲ ਨੋਨ ਪੋਲਰ ਆ ਅਤੇ ਉਹਦੀ ਡਾਈਪੋਲ ਮੂਵਮੈਂਟ ਕਿੰਨੀ ਹੋਊਗੀ, ਤਾਂ ਯੂ ਕੈਨ ਸੇ ਇਟ ਇਜ਼ 0। ਠੀਕ ਹੈ, ਸਿੰਪਲੀ ਕਿਉਂ, ਕਿਉਂਕਿ ਉੱਤੇ ਚਾਰਜ ਸੈਪਰੇਸ਼ਨ ਨਹੀਂ ਹੈਗੀ। ਠੀਕ ਹੈ, ਇਹਦੇ ਅੱਗੇ ਗੱਲ ਕਰਦੇ ਹਾਂ ਆਪਾਂ ਡਾਈਪੋਲ ਮੂਵਮੈਂਟ ਦੇ ਯੂਨਿਟਸ ਦੇ। ਯੂਨਿਟ ਹੁੰਦੀ ਹੈ ਡਿਬਾਈ। SI ਸਿਸਟਮ ਦੇ ਵਿੱਚ ਹੈਗੇ ਕੂਲੰਬ ਮੀਟਰ, ਕਿਉਂਕਿ ਇਹਦਾ ਫਾਰਮੂਲਾ Q × D ਹੈ। Q ਚਾਰਜ ਹੋ ਗਿਆ, ਚਾਰਜ ਦੇ ਯੂਨਿਟ Q ਹੋ ਗਏ, D ਡਿਸਟੈਂਸ ਹੈ, ਡਿਸਟੈਂਸ ਦਾ ਮਤਲਬ ਮੀਟਰ ਹੋ ਗਿਆ, ਕੂਲੰਬ ਮੀਟਰ ਹੋ ਗਏ। ਇੱਕ ਇਹਦੇ ਹੋਰ ਯੂਨਿਟ ਹੈ ESU, ਇਲੈਕਟ੍ਰੋਸਟੈਟਿਕ ਸਿਸਟਮ ਆਫ ਯੂਨਿਟਸ ਕਹਿੰਦੇ ਆ ਇਹਨੂੰ ਆਪਾਂ। ESU ਨੂੰ ਕੀ ਕਹਿੰਦੇ ਆ, ਇਲੈਕਟ੍ਰੋਸਟੈਟਿਕ ਸਿਸਟਮ ਆਫ ਯੂਨਿਟਸ। ਇਹਦੇ 'ਤੇ ਕੀ, ਇਸ ਯੂਨਿਟ ਦੇ ਵਿੱਚ ਜਿਹੜਾ ਚਾਰਜ ਔਨ 1 ਇਲੈਕਟ੍ਰੋਨ ਕੀ ਹੁੰਦਾ, 4.8 × 10⁻⁻10 ESU, ਅਤੇ 1 ਡਿਬਾਈ ਕਿਹਦੇ ਇਕੁਅਲ ਹੁੰਦਾ, 10⁻18 ESU CM। ESU Q ਦੇ ਯੂਨਿਟ, D ਦੇ ਯੂਨਿਟ, CM ਸੈਂਟੀਮੀਟਰ ਆ ਗਏ। ਤਾਂ ਆਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ ਕਿ ਇਹ ਕੀ ਹੈ। ਵੈਸੇ ਜਿਹੜੀ ਤੁਹਾਨੂੰ ਵੈਲਿਊ ਗਿਵਨ ਹੋਊਗੀ ਡਿਬਾਈ 'ਚ ਦਿੱਤੀ ਹੋਊਗੀ, ਜ਼ਿਆਦਾਤਰ ਆਪਾਂ ਜਿਹੜੀ ਲੈਂਦੇ ਹੈਗੇ ਡਿਬਾਈ 'ਚ ਹੀ ਲੈਂਦੇ ਹਾਂ। ਠੀਕ ਹੈ, ਜੇ ਯੂਨਿਟ ਨੂੰ ਡਿਬਾਈ ਨੂੰ ESU 'ਚ ਕਨਵਰਟ ਕਰਨਾ ਤਾਂ ਉਹਨੂੰ 10⁻18 ਨਾਲ ਮਲਟੀਪਲਾਈ ਕਰ ਦਿਓ। ਠੀਕ ਹੈ, ਅਤੇ ਇਹ ਹੋ ਜਾਂਦਾ। ਉਸ ਤੋਂ ਬਾਅਦ ਹੁਣ ਆਪਣੇ ਕੋਲੇ ਕਿ ਇਹ ਆਪਣੇ ਕੋਲੇ ਵੈਕਟਰ ਕੁਆਂਟਿਟੀ ਹੈ, ਮਤਲਬ ਇਹਦੀ ਡਾਇਰੈਕਸ਼ਨ ਵੀ ਹੈ, ਮੈਗਨੀਟਿਊਡ ਵੀ ਹੈ। ਡਾਇਰੈਕਸ਼ਨ ਇਹਦੀ ਪੋਜ਼ੀਟਿਵ ਚਾਰਜ ਤੋਂ ਨੈਗੇਟਿਵ ਚਾਰਜ ਹੋਊਗੀ ਡਾਈਪੋਲ ਮੂਵਮੈਂਟ ਦੀ। ਜਿਵੇਂ ਇਹਦੇ ਵਿੱਚ HCl 'ਚ ਜੇ ਤੁਸੀਂ ਡਰੋ ਕਰਨੀ ਆ ਤਾਂ ਇਹ ਐਰੋ ਬਣਾ ਕੇ ਉਸ ਤੋਂ ਬਾਅਦ ਉਹਦੇ 'ਤੇ ਪੋਜ਼ੀਟਿਵ ਚਾਰਜ ਇੱਕ ਸਾਈਡ ਕ੍ਰੋਸ ਲਾਉਣਾ। ਉਹ ਕ੍ਰੋਸ ਕਿਹੜੀ ਸਾਈਡ ਲਾਉਣਾ, ਜਿਹੜੀ ਸਾਈਡ ਪੋਜ਼ੀਟਿਵ ਹੈ। ਠੀਕ ਹੈ, ਜੇ ਮੰਨ ਲਓ HF 'ਤੇ ਲਾਉਣਾ ਹੈਗਾ ਤੁਸੀਂ ਤਾਂ HF 'ਤੇ ਨੈਗੇਟਿਵ ਚਾਰਜ, H 'ਤੇ ਪੋਜ਼ੀਟਿਵ, ਤਾਂ ਇਸ ਤਰੀਕੇ ਨਾਲ। ਠੀਕ ਹੈ, OH 'ਤੇ ਲਾਉਣਾ ਹੈਗਾ, O ਨੈਗੇਟਿਵ, H ਪੋਜ਼ੀਟਿਵ, ਤਾਂ ਇਸ ਤਰੀਕੇ ਨਾਲ। ਮੀਨਸ ਇਹਦੀ ਡਾਇਰੈਕਸ਼ਨ ਵੀ ਹੋਊਗੀ। ਉਸ ਤੋਂ ਬਾਅਦ ਆ ਗਈ ਡਾਈਪੋਲ ਮੂਵਮੈਂਟ ਆਪਣੇ ਕੋਲੇ ਮੋਲੀਕਿਊਲਸ ਦੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਡਾਇਆਟੋਮਿਕ। ਡਾਈ ਮੀਨਸ 2, ਅਟੋਮਿਕ ਮੀਨਸ ਐਟਮਸ। ਡਾਇਆਟੋਮਿਕ ਮੋਲੀਕਿਊਲਸ ਕਿ ਜਿਨ੍ਹਾਂ ਵਿੱਚ ਸਿਰਫ 2 ਹੀ ਐਟਮ ਹੁੰਦੇ ਆ, ਉਹ ਮੋਲੀਕਿਊਲ। ਜਿਹੜੇ ਮੋਲੀਕਿਊਲ ਸਿਰਫ 2 ਐਟਮਸ ਤੋਂ ਮਿਲ ਕੇ ਬਣਦੇ ਆ, ਦੋਨੋਂ ਐਟਮ ਸੇਮ ਹੋ ਸਕਦੇ ਆ ਤਾਂ A2 ਟਾਈਪ ਆ ਜੂਗੀ, ਜਿਵੇਂ H2 Cl2 F2 A2 ਟਾਈਪ 'ਚ ਆ ਗਏ। AB 'ਚ HF HCl ਇਹ ਆ ਗਏ। ਦੋਨੋਂ ਅਲੱਗ-ਅਲੱਗ ਵੀ ਹੋ ਸਕਦੇ ਆ, ਸੇਮ ਵੀ ਹੋ ਸਕਦੇ ਆ। ਠੀਕ ਹੈ, ਹੁਣ ਜਿਹੜੇ 2 ਐਟਮ ਆ, 2 ਐਟਮ ਦੇ ਵਿੱਚ ਕਿੰਨੇ ਬੌਂਡ ਹੋਣਗੇ, ਇੱਕ ਬੌਂਡ ਹੋਊਗਾ। ਉਹ ਬੌਂਡ ਹੀ ਡਿਸਾਈਡ ਕਰ ਦੂਗਾ ਕਿ ਆਹ H2 ਪੂਰਾ ਮੋਲੀਕਿਊਲ ਆ, Cl2 ਵੀ ਮੋਲੀਕਿਊਲ ਆ, ਆਹ ਵੀ ਮੋਲੀਕਿਊਲ ਹੈ। ਇਹਨਾਂ ਸਾਰਿਆਂ ਦੇ ਵਿੱਚ ਬੌਂਡ ਕਿੰਨੇ ਆ, ਇੱਕ ਬੌਂਡ ਹੈ। ਠੀਕ ਹੈ, ਇਹ ਇੱਕ ਬੌਂਡ ਹੀ ਡਿਸਾਈਡ ਕਰ ਦੂਗਾ ਕਿ ਪੂਰਾ ਮੋਲੀਕਿਊਲ ਪੋਲਰ ਹੈ ਕਿ ਨੋਨ ਪੋਲਰ ਹੈ। ਠੀਕ ਹੈ, ਇਹੀ ਡਿਸਾਈਡ ਕਰ ਦੇਗਾ ਕਿ ਮੋਲੀਕਿਊਲ ਪੋਲਰ ਹੈ ਕਿ ਨੋਨ ਪੋਲਰ ਹੈ। ਜੇ ਬੌਂਡ ਪੋਲਰ ਹੈ ਤਾਂ ਮੋਲੀਕਿਊਲ ਵੀ ਪੋਲਰ ਹੈ। ਜੇ ਤੁਹਾਡੇ ਕੋਲੇ ਬੌਂਡ ਨੋਨ ਪੋਲਰ ਹੈ ਤਾਂ ਮੋਲੀਕਿਊਲ ਨੋਨ ਪੋਲਰ ਹੈ। ਠੀਕ ਹੈ, H2 ਨੋਨ ਪੋਲਰ ਹੁੰਦਾ। ਕਿਉਂ ਨੋਨ ਪੋਲਰ ਹੁੰਦਾ, ਕਿਉਂਕਿ ਇਹਦੇ ਵਿਚਕਾਰ ਜਿਹੜਾ ਬੌਂਡ ਆ ਉਹ ਵੀ ਨੋਨ ਪੋਲਰ ਹੈ।
ठीक है। HCl आ गया। HCl ਦੇ ਵਿੱਚ ਆਪਾਂ ਨੂੰ ਪਤਾ ਪੋਲਰ ਹੈ। ਜਿਹੜੀ ਨੈਟ ਡਾਈਪੋਲ ਮੂਵਮੈਂਟ ਮਤਲਬ ਓਵਰਆਲ ਮੋਲੀਕਿਊਲ ਦੀ ਡਾਈਪੋਲ ਮੂਵਮੈਂਟ ਜਿਹੜੀ ਜ਼ੀਰੋ ਨਹੀਂ ਹੈਗੀ, ਤਾਂ ਕਰਕੇ HCl ਪੋਲਰ ਹੋ ਗਿਆ। H2 ਹੈ, ਇਹ ਨੋਨ ਪੋਲਰ ਹੈ ਕਿਉਂਕਿ ਇਹਦੀ ਨੈਟ ਡਾਈਪੋਲ ਮੂਵਮੈਂਟ ਜ਼ੀਰੋ ਹੈ। ਠੀਕ ਹੈ, ਇਹ ਆ ਗਿਆ ਆਪਣੇ ਕੋਲੇ ਕੇਸ ਕਿਹੜਾ ਆ ਗਿਆ ਡਾਇਆਟੋਮਿਕ ਦਾ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪੋਲੀਐਟੋਮਿਕ ਦੀ। ਪੋਲੀਐਟੋਮਿਕ ਦੇ ਕੇਸ ਵਿੱਚ ਹੁਣ ਆਪਣੇ ਕੋਲੇ ਕੀ ਹੈ, ਪੋਲੀ ਮੀਨਸ ਕੀ ਹੁੰਦਾ, ਮੈਨੀ ਮੀਨਸ ਉਹ ਮੋਲੀਕਿਊਲਸ ਜਿਹੜੇ ਕਾਫੀ ਸਾਰੇ ਐਟਮਸ ਤੋਂ ਮਿਲ ਕੇ ਬਣੇ ਆ, ਮੀਨਸ 2 ਤੋਂ ਜ਼ਿਆਦਾ ਜਿਹੜੇ ਬਣਦੇ ਉਹ ਸਾਰੇ ਪੋਲੀਐਟੋਮਿਕ ਹੀ ਹੁੰਦੇ ਆ। ਤਾਂ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹੈਗੇ ਆ ਟਰਾਈਐਟੋਮਿਕ ਦੀ। ਟਰਾਈਐਟੋਮਿਕ ਜਿਨ੍ਹਾਂ 'ਚ 3 ਐਟਮਸ ਹੋਣਗੇ। AB2 ਟਾਈਪ ਦੀ ਗੱਲ ਕਰਾਂਗੇ ਇੱਥੇ ਆਪਾਂ ਕਿਹਦੀ ਗੱਲ ਕਰਾਂਗੇ, AB2 ਟਾਈਪ ਦੀ। AB2 ਟਾਈਪ ਜਿਹੜੀ ਹੁੰਦੀ ਆ ਉਹਦੀ ਜਿਹੜੀ ਜਿਓਮੈਟਰੀ ਆ ਉਹ ਲੀਨੀਅਰ ਆ। ਔਰ ਇੱਥੇ ਜਿਹੜੀ ਹੈਗੀ ਨਾ, ਆਪਾਂ ਪਹਿਲਾਂ ਜਿਓਮੈਟਰੀ ਡਿਸਕਸ ਕਰਾਂਗੇ। ਜਿਓਮੈਟਰੀ ਕਿਵੇਂ ਬਣਾਉਣੀ ਹੈ, ਕਿਵੇਂ ਡਰੋ ਕਰਨੀ ਆ, ਉਹ ਟੌਪਿਕ ਤੁਹਾਨੂੰ ਬਾਅਦ ਵਿੱਚ ਹੈ। ਠੀਕ ਹੈ, ਇਸੇ ਤੋਂ ਬਾਅਦ ਜਸਟ ਬਾਅਦ ਹੀ ਹੈ ਡਾਈਪੋਲ ਮੂਵਮੈਂਟ ਤੋਂ ਬਾਅਦ, ਤਾਂ ਉੱਥੋਂ ਤੁਹਾਨੂੰ ਪਤਾ ਲੱਗ ਜਾਣਗੀਆਂ। ਹਾਲ ਫਿਲਹਾਲ ਜਿਵੇਂ ਲਿਖਿਆ ਹੋਇਆ ਇਵੇਂ ਨੋਟ ਕਰ ਲਿਓ, ਜਸਟ ਸਮਝਣ ਵਾਸਤੇ ਆਪਾਂ ਅਗਲਾ ਟੌਪਿਕ ਕਰਾਂਗੇ, ਤਾਂ ਉੱਥੋਂ ਤੁਹਾਨੂੰ ਹਰੇਕ ਮੋਲੀਕਿਊਲ ਦੀ ਜਿਓਮੈਟਰੀ ਡਰੋ ਕਰਨੀ ਈਜ਼ੀ ਹੋ ਜਾਏਗੀ। ਠੀਕ ਹੈ, ਤੇ ਸ਼ੇਪ ਆਫ ਮੋਲੀਕਿਊਲ ਇਜ਼ ਲੀਨੀਅਰ। ਸਿਮੈਟਰੀਕਲ ਲੀਨੀਅਰ ਤਾਂ ਲਿਖਿਆ ਮੈਂ ਕਿ ਆਪਾਂ ਉਹ ਮੋਲੀਕਿਊਲ ਲੈਣੇ ਆ ਜਿਨ੍ਹਾਂ ਦਾ ਸੈਂਟਰਲ ਐਟਮ ਦੇ ਨਾਲ ਜਿਹੜੀਆਂ ਚੀਜ਼ਾਂ ਅਟੈਚ ਆ ਉਹ ਸੇਮ ਹੋਣ। ਠੀਕ ਹੈ, AB2 ਹੀ ਹੋਵੇ, B ਹੀ ਹੋਣ ਦੋਨੋਂ, ABC ਟਾਈਪ ਦੀ ਨਹੀਂ ਆਪਾਂ ਲਵਾਂਗੇ। ਠੀਕ ਹੈ, ਅਤੇ ਸੈਂਟਰਲ ਐਟਮ ਕੋਲੇ ਲੋਨ ਪੇਅਰ ਆਫ ਇਲੈਕਟ੍ਰੋਨ ਨਾ ਹੋਣ। ਤਾਂ ਇਸ ਕੇਸ ਦੇ ਵਿੱਚ ਡਾਈਪੋਲ ਮੂਵਮੈਂਟ ਕੀ ਹੁੰਦੀ ਹੈ, ਜ਼ੀਰੋ ਹੁੰਦੀ ਹੈ, ਅਤੇ ਮੋਲੀਕਿਊਲ ਨੋਨ ਪੋਲਰ ਹੁੰਦਾ ਜੇ ਆਹ ਸਾਰੀਆਂ ਚੀਜ਼ਾਂ ਹੈਗੀਆਂ ਤਾਂ। ਐਗਜ਼ਾਮਪਲ ਦੇਖੋ, CO2 ਹੁਣ C ਸੈਂਟਰ 'ਚ ਆ, ਉਹਦੇ ਨਾਲ ਦੋਨੋਂ ਪਾਸੇ ਆਕਸੀਜਨ ਹੈ। ਇਹ ਨਹੀਂ ਹੈਗਾ ਵੀ ਇੱਕ ਪਾਸੇ ਆਕਸੀਜਨ ਆ ਅਤੇ ਇੱਕ ਪਾਸੇ ਨਾਈਟ੍ਰੋਜਨ ਹੈ। ਜੇ ਇਹ ਕੇਸ ਹੁੰਦਾ ਆਕਸੀਜਨ ਆ ਅਤੇ ਨਾਈਟ੍ਰੋਜਨ ਆ, ਫਿਰ ਡਾਈਪੋਲ ਮੂਵਮੈਂਟ ਜ਼ੀਰੋ ਨਹੀਂ ਹੁੰਦੀ ਗੀ, ਫਿਰ ਡਾਈਪੋਲ ਮੂਵਮੈਂਟ ਦੀ ਕੋਈ ਨਾ ਕੋਈ ਵੈਲਿਊ ਜ਼ਰੂਰ ਹੋਊਗੀ। ਠੀਕ ਹੈ, ਹੁਣ ਇਹ 'ਚ ਸੈਂਟਰਲ ਐਟਮ C ਆ ਗਿਆ, ਸ਼ੇਪ ਲੀਨੀਅਰ ਆ ਗਈ। ਹੁਣ ਆਹ ਜਿਹੜਾ ਬੌਂਡ ਆ ਦੇਖੋ, ਪਹਿਲੇ ਦੂਜੇ ਐਟਮ ਦੇ ਵਿੱਚ ਹੈ, ਇਹਦੇ 'ਤੇ ਚਾਰਜ ਬਣੇ ਹੋਏ ਆ, ਆਕਸੀਜਨ 'ਤੇ ਨੈਗੇਟਿਵ ਆ, ਕਾਰਬਨ 'ਤੇ ਪੋਜ਼ੀਟਿਵ ਆ। ਦੈਟ ਮੀਨਸ ਇਹ ਬੌਂਡ ਪੋਲਰ ਹੈ। ਅਤੇ ਜੇ ਤੁਸੀਂ ਇਹਦੀ ਗੱਲ ਕਰਦੇ ਹੈਗੇ ਹੋ ਸੈਕਿੰਡ ਅਤੇ ਥਰਡ ਦੀ, ਇਹ ਵੀ ਪੋਲਰ ਹੈ। ਤਾਂ ਦੋਨੋਂ ਬੌਂਡਸ ਕੀ ਨੇ, ਪੋਲਰ ਨੇ, ਪਰ ਦੋਨਾਂ ਦੀ ਡਾਇਰੈਕਸ਼ਨ ਕੀ ਹੈ, ਆਪੋਜ਼ਿਟ ਹੈ। ਇੱਕ ਦੀ ਇੱਧਰ ਨੂੰ ਆ, ਇੱਕ ਦੀ ਇੱਧਰ ਨੂੰ ਆ, ਇੱਕ ਦੀ ਪੋਜ਼ੀਟਿਵ ਐਕਸ ਐਕਸਿਸ ਹੈ, ਇੱਕ ਦੀ ਨੈਗੇਟਿਵ ਐਕਸ ਐਕਸਿਸ ਹੈ। ਅਤੇ ਦੋਨਾਂ ਦੀ ਜਿਹੜੀ ਵੈਲਿਊ ਹੋਊਗੀ ਡਾਈਪੋਲ ਮੂਵਮੈਂਟ ਦੀ, ਉਹ ਵੀ ਬਰਾਬਰ ਹੋਊਗੀ। ਕਿਉਂ ਬਰਾਬਰ ਹੋਊਗੀ, ਕਿਉਂਕਿ ਦੋਨਾਂ ਦੇ ਬੌਂਡ ਜਿਹੜੇ ਹੈਗੇ ਬਿਟਵੀਨ ਦਾ ਸੇਮ ਐਟਮਸ ਹੀ ਹੈ। ਕਾਰਬਨ ਆਕਸੀਜਨ ਦਾ ਬੌਂਡ ਹੀ ਆ ਹੈ, ਕਾਰਬਨ ਆਕਸੀਜਨ ਦਾ। ਤਾਂ ਜਿੰਨਾ ਡਿਸਟੈਂਸ ਇਹਨਾਂ 'ਚ ਹੋਊਗਾ ਉਨਾ ਹੀ ਡਿਸਟੈਂਸ ਇਹਨਾਂ 'ਚ ਹੋਊਗਾ। ਜਿੰਨਾ ਚਾਰਜ ਇਸ ਆਕਸੀਜਨ 'ਤੇ ਉਨਾ ਹੀ ਇਸ ਆਕਸੀਜਨ 'ਤੇ ਹੈ। ਤਾਂ ਕਰਕੇ ਚਾਰਜ ਵੀ ਸੇਮ ਆ, ਡਿਸਟੈਂਸ ਵੀ ਸੇਮ ਆ, ਮੀਨਸ ਡਾਈਪੋਲ ਮੂਵਮੈਂਟ ਵੈਲਿਊਜ਼ ਵੀ ਸੇਮ ਹੋਣਗੀਆਂ। ਸੇਮ ਕਰਕੇ ਆਪੋਜ਼ਿਟ ਡਾਇਰੈਕਸ਼ਨ 'ਚ ਹੈ, ਕੈਂਸਲ ਕਰ ਦੇਣਗੀਆਂ। ਕੈਂਸਲ ਕਰਕੇ ਓਵਰਆਲ ਮੋਲੀਕਿਊਲ ਦੀ ਜਿਹੜੀ ਡਾਈਪੋਲ ਮੂਵਮੈਂਟ ਆ ਉਹ ਕਿੰਨੀ ਆ ਜਾਏਗੀ, ਜ਼ੀਰੋ। ਠੀਕ ਹੈ, ਦੋਨੋਂ ਡਾਈਪੋਲ ਮੂਵਮੈਂਟ ਜਿਹੜੀਆਂ ਹੈਗੀਆਂ ਇੱਕ ਦੂਜੇ ਨੂੰ ਕੈਂਸਲ ਕਰਨਗੀਆਂ। ਕੈਂਸਲ ਕਰਕੇ ਉਹ ਕੀ ਕਰਨਗੀਆਂ, ਨੈਟ ਡਾਈਪੋਲ ਮੂਵਮੈਂਟ ਤੁਹਾਨੂੰ ਕਿੰਨੀ ਦੇਣਗੀਆਂ, ਜ਼ੀਰੋ ਦੇਣਗੀਆਂ। ਠੀਕ ਹੈ, ਅਤੇ ਮੋਲੀਕਿਊਲ ਕੀ ਹੋ ਜਾਏਗਾ, ਨੋਨ ਪੋਲਰ। ਜਿਵੇਂ BeCl2 ਆ, ਹੁਣ Cl ਆ ਗਏ ਅਤੇ ਇਹਦੇ ਕੋਲੇ ਕੋਈ ਲੋਨ ਪੇਅਰ ਨਹੀਂ, ਤਾਂ ਇਹਦੀ ਵੀ ਨੋਟ ਡਾਈਪੋਲ ਮੂਵਮੈਂਟ ਜ਼ੀਰੋ ਹੋਏਗੀ, ਸੇਮ ਰੀਜ਼ਨ। ਉਸ ਤੋਂ ਬਾਅਦ ਆ ਗਿਆ BeF2AB। ਹੁਣ H2O ਹੈਗਾ ਤਾਂ ਟਰਾਈਐਟੋਮਿਕ ਹੈ, ਪਰ ਇਹਦੀ ਜਿਓਮੈਟਰੀ ਨੋਨ ਲੀਨੀਅਰ ਹੈ। ਕਿਉਂ, ਕਿਉਂਕਿ ਇੱਥੇ ਲੋਨ ਪੇਅਰਸ ਆ ਗਏ ਸੈਂਟਰਲ ਐਟਮ 'ਤੇ। ਜੋ ਸੈਂਟਰਲ ਐਟਮ 'ਤੇ ਲੋਨ ਪੇਅਰਸ ਆ ਜਾਂਦੇ ਆ ਤਾਂ ਜਿਓਮੈਟਰੀ ਚੇਂਜ ਹੋ ਜਾਂਦੀ ਆ। ਆਹ ਬਿਨਾਂ ਲੋਨ ਪੇਅਰ ਤੋਂ ਆ, ਅਤੇ ਇਹਦੀ ਜਿਓਮੈਟਰੀ ਜਿਹੜੀ ਹੈਗੀ ਆ ਉਹ ਹੈਗੀ ਆ V ਸ਼ੇਪ ਹੈ। ਇਹਦੀ ਜਿਓਮੈਟਰੀ ਕਿਹੜੀ ਹੈ, V ਸ਼ੇਪ ਹੈ। V ਸ਼ੇਪ ਕਰਕੇ ਹੁਣ ਡਾਈਪੋਲ ਮੂਵਮੈਂਟ ਦੀਆਂ ਡਾਇਰੈਕਸ਼ਨਸ ਦੇਖੋ, ਇੱਕੋ ਪਾਸੇ ਨੂੰ ਆ, ਉੱਪਰ ਨੂੰ ਹੀ ਹੈ। ਤਾਂ ਕਰਕੇ ਇਹ ਵੈਲਿਊਜ਼ ਕੀ ਹੋ ਜਾਣਗੀਆਂ, ਐਡ ਹੋ ਜਾਣਗੀਆਂ। ਐਡ ਹੋ ਕੇ ਤੁਹਾਨੂੰ ਨੈਟ ਡਾਈਪੋਲ ਮੂਵਮੈਂਟ ਦੀ ਕੋਈ ਨਾ ਕੋਈ ਵੈਲਿਊ ਮਿਲੂਗੀ। ਤਾਂ ਕਰਕੇ ਮੋਲੀਕਿਊਲ ਕੀ ਹੋ ਜਾਏਗਾ, ਪੋਲਰ ਹੋ ਜਾਏਗਾ। H2O ਪੋਲਰ ਹੋ ਜਾਏਗਾ। ਠੀਕ ਹੈ, ਦੈਨ ਉਸ ਤੋਂ ਬਾਅਦ ਹੁਣ ਆਪਣੇ ਕੋਲੇ ਆ ਗਿਆ ਜਿਵੇਂ AB2 ਹੋ ਗਿਆ, AB3 ਆ ਗਿਆ। AB3 ਵਿੱਚ ਆਪਣੇ ਕੋਲੇ ਹੁੰਦੀ ਹੈ ਸਿਮੈਟਰੀਕਲ ਟੈਟਰਾਹੈਡਰਲ ਜਿਓਮੈਟਰੀ। ਅਗੇਨ ਨੋ ਲੋਨ ਪੇਅਰ ਔਨ ਸੈਂਟਰਲ ਐਟਮ, ਕਿ ਸੈਂਟਰਲ ਐਟਮ 'ਤੇ ਕੋਈ ਲੋਨ ਪੇਅਰ ਨਾ ਹੋਣ, ਜਿਓਮੈਟਰੀ ਟੈਟਰਾਹੈਡਰਲ ਹੋਵੇ, ਤਾਂ ਮੋਲੀਕਿਊਲ ਕੀ ਹੁੰਦਾ, ਨੋਨ ਪੋਲਰ ਹੁੰਦਾ। ਕਿਉਂ ਹੁੰਦਾ ਉਹ ਆਪਾਂ ਡਿਸਕਸ ਕਰਦੇ ਹਾਂ। ਨੋਨ ਪੋਲਰ ਮਿਊ ਨੈਟ ਮੀਨਸ ਕਿੰਨੀ ਹੁੰਦੀ ਹੈ, ਜ਼ੀਰੋ ਹੁੰਦੀ ਹੈ। ਜਿਵੇਂ ਹੁਣ ਤੁਸੀਂ CCl4 CH4 ਇਹਨਾਂ ਦੀ ਐਗਜ਼ਾਮਪਲ ਡਿਸਕਸ ਕਰਦੇ ਹਾਂ ਆਪਾਂ। Cl
ਇਹ ਟੈਟਰਾਹੈਡਰਲ ਜਿਓਮੈਟਰੀ ਹੈ। ਇਹ ਪੋਜ਼ਿਟਿਵ ਹੈ, ਨੈਗੇਟਿਵ ਨੈਗੇਟਿਵ ਨੈਗੇਟਿਵ, ਡਾਇਰੈਕਸ਼ਨ ਡਾਇਰੈਕਸ਼ਨ ਕੀ ਆ ਗਈਆਂ, ਆਪੋਜ਼ਿਟ ਆ ਗਈਆਂ। ਇਹਦੀ ਆਪੋਜ਼ਿਟ ਇਹਦੇ ਆ, ਇਹਦੀ ਇਹਦੇ ਆਪੋਜ਼ਿਟ ਹੈ। ਠੀਕ ਹੈ, ਜਦੋਂ ਇਹ ਡਾਇਰੈਕਸ਼ਨਸ ਇਕੁਅਲ ਅਤੇ ਆਪੋਜ਼ਿਟ ਆ ਗਈਆਂ ਚਾਰੋਂ ਬੌਂਡ ਦੀਆਂ, ਤਾਂ ਇਹ ਕੀ ਕਰ ਦੇਣਗੀਆਂ, ਇੱਕ ਦੂਸਰੀ ਨੂੰ ਕੈਂਸਲ ਕਰ ਦੇਣਗੀਆਂ। ਡਾਈਪੋਲ ਵੈਲਿਊਜ਼ ਵਿਲ ਕੈਂਸਲ ਆਊਟ ਐਂਡ ਨੈਟ ਵਿਲ ਬੀ 0। ਠੀਕ ਹੈ, ਕਿਉਂਕਿ ਡਾਇਰੈਕਸ਼ਨ ਦੇਖਣੀ, ਜਦੋਂ ਵੀ ਤੁਸੀਂ ਕਿਸੇ ਵੀ ਮੋਲੀਕਿਊਲ ਦੀ ਡਾਈਪੋਲ ਮੂਵਮੈਂਟ ਪਤਾ ਕਰਨ ਨੂੰ ਕਿਹਾ ਤੁਹਾਨੂੰ, ਤਾਂ ਉਹਦੇ ਵਿੱਚ ਤੁਸੀਂ ਦੇਖਣਾ ਸਭ ਤੋਂ ਪਹਿਲਾਂ ਮੋਲੀਕਿਊਲ ਦੀ ਜਿਓਮੈਟਰੀ ਚੈੱਕ ਕਰਨੀ ਹੈ, ਉਹਨੂੰ ਡਰੋ ਕਰਨਾ ਹੈ। ਠੀਕ ਹੈ, ਜਿਓਮੈਟਰੀ ਡਰੋ ਕਰਨ ਤੋਂ ਬਾਅਦ ਉਹਦੀਆਂ ਡਾਇਰੈਕਸ਼ਨਸ ਲਾ ਲਓ ਡਾਈਪੋਲ ਮੂਵਮੈਂਟ ਦੀਆਂ, ਉਹ ਤੁਹਾਨੂੰ ਪਤਾ ਲੱਗ ਜਾਏਗਾ ਕਿ ਡਾਇਰੈਕਸ਼ਨ ਕੈਂਸਲ ਹੋ ਰਹੀਆਂ ਕਿ ਨਹੀਂ ਹੋ ਰਹੀਆਂ। ਜੇ ਸਾਰੀਆਂ ਹੀ ਕੈਂਸਲ ਹੋ ਰਹੀਆਂ ਮੀਨਸ ਨੈਟ ਡਾਈਪੋਲ ਮੂਵਮੈਂਟ 0 ਆ ਜਾਏਗੀ, ਅਤੇ 0 ਆ ਕੇ ਉਹ ਤੁਹਾਡੇ ਕੋਲ ਆਨਸਰ ਕੀ ਆ ਜਾਏਗਾ, ਮੋਲੀਕਿਊਲ ਨੋਨ ਪੋਲਰ ਆ ਜਾਏਗਾ। ਠੀਕ ਹੈ, ਸਿਮਿਲਰਲੀ CH4 ਦਾ ਕੇਸ ਹੋਏਗਾ। ਹੁਣ ਇਹ ਸਿਮੈਟਰੀਕਲ ਹੈ, ਸਿਮੈਟਰੀਕਲ ਦਾ ਮਤਲਬ ਇਹਨਾਂ ਦੇ ਸਾਰੇ ਬੌਂਡ ਇਕੁਅਲ ਨੇ, ਕਿਉਂਕਿ ਸਾਰੇ CCl ਹੈ, CCl ਹੈ। ਜੇ ਹੁਣ ਆਪਣੇ ਕੋਲ ਇਹੀ ਕੇਸ ਆ ਜੇ CHCl3 ਦਾ, ਹੁਣ ਇਹਦੇ ਵਿੱਚ ਵੀ ਜਿਹੜਾ ਲੋਨ ਪੇਅਰ ਤਾਂ ਹੈ ਨਹੀਂ, ਲੋਨ ਪੇਅਰ ਤਾਂ ਹੈ ਨਹੀਂ, ਪਰ ਆਹ ਦੋਨੋਂ ਕੰਡੀਸ਼ਨ ਸੈਟਿਸਫਾਈ ਹੋਣੀਆਂ ਜ਼ਰੂਰੀ ਹੁੰਦੀਆਂ, ਇਹਨੇ ਵੀ ਇੱਕ ਹੋ ਜੇ। ਠੀਕ ਹੈ, ਲੋਨ ਪੇਅਰ ਵੀ ਨਹੀਂ ਹੋਣੇ ਚਾਹੀਦੇ ਅਤੇ ਸਿਮੈਟਰੀਕਲ ਵੀ ਹੋਣੀ ਚਾਹੀਦੀ ਹੈ, ਫਿਰ ਨੈਟ ਡਾਈਪੋਲ ਮੂਵਮੈਂਟ 0 ਆਉਂਦੀ ਹੈ। ਅਦਰਵਾਈਜ਼ ਦੋਵਾਂ 'ਚੋਂ ਇੱਕ ਵੀ ਕੰਡੀਸ਼ਨ ਹੋਗੀ, ਠੀਕ ਹੈ, ਦੋਵਾਂ 'ਚੋਂ ਇੱਕ ਵੀ ਕੰਡੀਸ਼ਨ ਮਿਸ ਹੋ ਗਈ, ਦੈਟ ਮੀਨਸ ਮੋਲੀਕਿਊਲ ਪੋਲਰ ਹੋ ਜਾਂਦਾ ਫਿਰ ਉਸ ਕੇਸ ਦੇ ਵਿੱਚ। ਦੋਨੋਂ ਨੈਸੈਸਰੀ ਐਂਡ ਸਫੀਸ਼ੀਐਂਟ ਹੈ। ਹੁਣ CHCl3 ਦਾ ਕੇਸ ਦੇਖੋ, CHCl Cl Cl, ਇਹਦੇ ਵਿੱਚ ਹੁਣ Cl ਨੈਗੇਟਿਵ ਹੈ, ਨੈਗੇਟਿਵ ਹੈ, ਨੈਗੇਟਿਵ ਹੈ, ਇਹ ਪੋਜ਼ਿਟਿਵ ਹੈ, ਤਾਂ ਡਾਇਰੈਕਸ਼ਨ ਇਹਨਾਂ ਵਿੱਚ ਐਵੇਂ ਆ ਗਈ, ਤਾਂ ਇੱਕ ਬੌਂਡ ਦੀ ਡਾਇਰੈਕਸ਼ਨ ਕਿੱਧਰ ਆ ਗਈ, ਸੇਮ ਆ ਗਈ। ਜਦੋਂ ਸੇਮ ਆ ਗਈ ਤਾਂ ਇਹ ਐਡ ਹੋਣਗੀਆਂ, ਨਾ ਕਿ ਕੈਂਸਲ ਆਊਟ ਹੋਣਗੀਆਂ। ਦੈਟ ਮੀਨਸ ਕੀ ਆ ਕਿ ਹੁਣ ਇਹ ਨੋਨ ਸਿਮੈਟਰੀਕਲ ਕਹਿ ਲਓ, ਨੋਨ ਸਿਮੈਟਰੀਕਲ ਟੈਟਰਾਹੈਡਰਲ ਸੀਗੀ। ਠੀਕ ਹੈ, ਹੈਗੀ ਤਾਂ ਟੈਟਰਾਹੈਡਰਲ ਹੀ ਹੈ, ਜਿਓਮੈਟਰੀ ਟੈਟਰਾਹੈਡਰਲ ਹੀ ਆ, ਪਰ ਆਹ ਬੌਂਡ ਲੈਂਥ ਹੈ ਜਿਹੜੀ ਇਹ ਡਿਫਰੈਂਟ ਹੈ ਇਹਨਾਂ ਸਾਰੀਆਂ ਬੌਂਡ ਲੈਂਥ ਨਾਲੋਂ। ਜੇ ਬੌਂਡ ਲੈਂਥ D ਡਿਫਰੈਂਟ ਹੋ ਗਈ, ਦੈਟ ਮੀਨਸ ਮਿਊ ਦੀ ਵੈਲਿਊ ਡਿਫਰੈਂਟ ਹੋ ਗਈ, ਚਾਰਜ ਵੀ ਡਿਫਰੈਂਟ ਹੋ ਗਿਆ, D ਵੀ ਡਿਫਰੈਂਟ ਹੋ ਗਈ, ਮੀਨਸ ਇਸ ਬੌਂਡ ਦੀ ਜਿਹੜੀ ਡਾਈਪੋਲ ਮੂਵਮੈਂਟ ਵੈਲਿਊ ਆ ਉਹ ਅਲੱਗ ਆਊਗੀ। ਜੇ ਇਹਦੀ ਡਾਈਪੋਲ ਮੂਵਮੈਂਟ ਵੈਲਿਊ ਅਲੱਗ ਆਊਗੀ ਮੀਨਸ ਉਹ ਕੈਂਸਲ ਆਊਟ ਨਹੀਂ ਹੋਊਗੀ। ਜੇ ਉਹ ਕੈਂਸਲ ਆਊਟ ਨਹੀਂ ਹੋਊਗੀ ਦੈਟ ਮੀਨਸ ਮੋਲੀਕਿਊਲ ਕੀ ਹੋ ਗਿਆ, ਆਪਣੇ ਕੋਲੇ ਪੋਲਰ ਹੋ ਗਿਆ, ਪੋਲਰ ਹੋ ਗਿਆ। ਤਾਂ ਪਹਿਲਾਂ ਤੁਸੀਂ ਜਿਓਮੈਟਰੀ ਡਰੋ ਕਰਨੀ ਹੈ, ਫਿਰ ਸੌਰੀ ਇਹ AB4 ਟਾਈਪ ਸੀਗੀ, AB3 ਆਪਾਂ ਡਿਸਕਸ ਕਰਦੇ ਹਾਂ। AB3 ਦੇ ਵਿੱਚ ਹੁਣ ਆਪਣੇ ਕੋਲੇ ਕੀ ਹੋਊਗੀ ਜਿਓਮੈਟਰੀ, ਟਰਾਇਗਨਲ ਪਲੇਨਰ, ਅਗੇਨ ਨੋ ਲੋਨ ਪੇਅਰ, ਲੋਨ ਪੇਅਰ ਵੀ ਨਹੀਂ ਹੋਣੇ ਚਾਹੀਦੇ। ਫਿਰ ਇਹ ਜੇ ਦੋਨੋਂ ਕੰਡੀਸ਼ਨ ਸੈਟਿਸਫਾਈ ਹੁੰਦੀਆਂ ਤਾਂ ਮੋਲੀਕਿਊਲ ਨੋਨ ਪੋਲਰ ਹੈ, ਮੋਲੀਕਿਊਲ ਕੀ ਆਉਂਦਾ, ਨੋਨ ਪੋਲਰ ਆਉਂਦਾ ਹੈ। ਠੀਕ ਹੈ, ਇਹਦੇ ਵਿੱਚ ਐਗਜ਼ਾਮਪਲ ਜਿਵੇਂ ਤੁਸੀਂ ਲੈ ਲਓ BF3, BCl3, ਕੋਈ ਵੀ ਲੈ ਲਓ, NH3। ਠੀਕ ਹੈ, ਹੁਣ BF3 ਦੀ ਆਪਾਂ ਜੇ ਲੈਂਦੇ ਹਾਂ ਤਾਂ B ਸੈਂਟਰ 'ਚ ਆ ਗਿਆ, F ਆ ਗਿਆ, F ਇਹ ਸਿਮੈਟਰੀਕਲ ਆ, ਇਹਨਾਂ ਦੇ ਸਾਰਿਆਂ ਬੌਂਡ ਐਂਗਲ 120 ਹੈ, ਸਾਰੀਆਂ ਆ ਲੈਂਥ ਸੇਮ ਹੋਣਗੀਆਂ, ਸਾਰੀਆਂ 'ਤੇ ਚਾਰਜ ਵੀ ਸੇਮ ਹੋਊਗਾ ਕਿਉਂਕਿ ਸਾਰੇ F ਫਲੋਰੀਨ ਨੇ, ਹੈ ਨਾ। ਦੈਨ ਇਹਦੇ ਵਿੱਚ ਕੋਈ ਲੋਨ ਪੇਅਰ ਨਹੀਂ ਹੈਗਾ, ਦੈਟ ਮੀਨਸ ਇਹਦੀਆਂ ਡਾਇਰੈਕਸ਼ਨਸ ਕੀ ਹੋਣਗੀਆਂ, ਇਸ ਤਰੀਕੇ ਦੇ ਨਾਲ। ਇਹ ਡਾਇਰੈਕਸ਼ਨ ਇਹਦੀਆਂ ਇਕੁਅਲ ਅਤੇ ਓਪੋਜ਼ਿਟ ਹੈ, ਇਹ ਤਿੰਨੋਂ ਇੱਕ ਦੂਜੇ ਨੂੰ ਕੀ ਕਰ ਦਿੰਦੀਆਂ ਨੇ, ਕੈਂਸਲ ਆਊਟ ਕਰ ਦਿੰਦੀਆਂ ਨੇ। ਤਿੰਨੋਂ ਡਾਇਰੈਕਸ਼ਨਸ ਕੀ ਕਰ ਦਿੰਦੀਆਂ ਨੇ, ਕੈਂਸਲ ਆਊਟ, ਅਤੇ ਨੈਟ ਡਾਈਪੋਲ ਮੂਵਮੈਂਟ ਤੁਹਾਨੂੰ ਕਿੰਨੀ ਮਿਲ ਜਾਂਦੀ ਹੈ, 0 ਮਿਲ ਜਾਂਦੀ, ਕਿਉਂਕਿ ਇਹ ਸਿਮੈਟਰੀਕਲ ਸਟਰਕਚਰ ਹੈ। ਸਿਮੈਟਰੀ ਦੇ ਵਿੱਚ ਜਦੋਂ ਇਹ ਸਿਮੈਟਰੀ ਔਰ ਇਹ ਤਿੰਨੋਂ ਬੌਂਡ ਇੱਕੋ ਪਲੇਨ ਦੇ ਵਿੱਚ ਨੇ, ਇੱਕੋ ਪਲੇਨ ਦੇ ਵਿੱਚ ਕਰਕੇ ਇਹ ਇੱਕ ਦੂਸਰੇ ਨੂੰ ਕੀ ਕਰ ਦਿੰਦੀਆਂ ਨੇ, ਕੈਂਸਲ ਆਊਟ ਕਰ ਦਿੰਦੀਆਂ ਨੇ ਤਿੰਨੇ। ਜਦੋਂ ਤਿੰਨੋਂ ਕੈਂਸਲ ਆਊਟ ਕਰਦੀਆਂ ਤਾਂ ਨੈਟ ਡਾਈਪੋਲ ਮੂਵਮੈਂਟ ਵੈਲਿਊ 0 ਆ ਜਾਂਦੀ ਹੈ, 0 ਆ ਜਾਂਦੀ ਹੈ, ਤਾਂ ਇਹਦੇ ਵਿੱਚ ਤੁਹਾਡੇ ਕੋਲ ਕੀ ਹੈ, ਜਿਹੜਾ ਮੋਲੀਕਿਊਲ ਕੀ ਬਣ ਜਾਂਦਾ, ਨੋਨ ਪੋਲਰ। ਠੀਕ ਹੈ, ਹੁਣ NH3 ਦਾ ਕੇਸ ਦੇਖੋ, ਹਾਈਡਰੋਜਨ, ਇਹ ਨੈਗੇਟਿਵ ਹੈ, ਪੋਜ਼ਿਟਿਵ ਪੋਜ਼ਿਟਿਵ ਪੋਜ਼ਿਟਿਵ, ਲੋਨ ਪੇਅਰ ਤੇ ਹਮੇਸ਼ਾ ਮਤਲਬ ਐਟਮ ਨਾਲੋਂ ਇਲੈਕਟ੍ਰੋਨੈਗੇਟਿਵ ਹੀ ਹੋਣਗੇ, ਤਾਂ ਡਾਇਰੈਕਸ਼ਨ ਐਟਮ ਵੱਲ ਪੋਜ਼ਿਟਿਵ ਸਾਈਨ ਬਣੂਗਾ ਇਹਦਾ, ਅਤੇ ਲੋਨ ਪੇਅਰ ਵੱਲ ਐਰੋ ਬਣੇਗਾ।
ਤੇ ਇਹ 3 ਬੌਂਡ ਹੁਣ ਤਿੰਨਾਂ ਦੀ ਡਾਇਰੈਕਸ਼ਨ ਸੇਮ ਜਾਈ ਜਾਂਦੀ ਹੈ, ਚਾਰਾਂ ਦੀ, ਮੀਨਸ 4 ਡਾਈਪੋਲ ਮੂਵਮੈਂਟ ਇਨ ਸੇਮ ਡਾਇਰੈਕਸ਼ਨ ਕਰਕੇ ਉਹ ਕੀ ਹੋ ਜਾਣਗੀਆਂ, ਐਡ ਅਪ ਹੋਣਗੀਆਂ ਤਾਂ ਮਿਊ ਵਿਲ ਨਾਟ ਬੀ ਇਕੁਅਲ ਟੂ 0 ਅਤੇ ਮੋਲੀਕਿਊਲ ਵਿਲ ਬੀ ਪੋਲਰ। ਤਾਂ ਇਹ ਕੀ ਆ ਗਿਆ, ਪੋਲਰ ਆ ਗਿਆ, ਇਹ ਕੀ ਆ ਗਿਆ, ਨੋਨ ਪੋਲਰ ਆ ਗਿਆ। ਦੈਨ ਉਸ ਤੋਂ ਬਾਅਦ ਕੇਸ ਦਿੱਤਾ ਹੋਇਆ NH3 ਐਂਡ NF3 ਦਾ, ਇਹ ਤੁਸੀਂ ਖੁਦ ਕਰਨਾ, ਡੂ ਇਟ ਯੂਅਰ ਸੈਲਫ, ਠੀਕ ਹੈ, ਆਪਦੀ ਆਪ ਕਰਨਾ। ਇੰਨੇ ਆਪਾਂ ਡਿਸਕਸ ਕਰ ਲਏ ਆ, ਠੀਕ ਹੈ। ਇਹਨਾਂ ਵਿੱਚੋਂ ਜੇ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਹੋਈ ਦੈਨ ਯੂ ਕੈਨ ਆਸਕ ਮੀ। ਉਸ ਤੋਂ ਬਾਅਦ ਆਪਣੇ ਕੋਲ ਇੰਪੋਰਟੈਂਸ ਬੁੱਕ ਤੋਂ ਹੀ ਕਰ ਲੈਂਦੇ ਆਪਾਂ ਕਿ ਇੰਪੋਰਟੈਂਸ ਆਫ ਡਾਈਪੋਲ ਮੂਵਮੈਂਟ ਕੀ ਹੈ, ਕਿ ਇਹ ਤੁਹਾਨੂੰ ਦੱਸ ਦਿੰਦਾ ਵੀ ਡਿਸਟਿੰਕਸ਼ਨ ਬਿਟਵੀਨ ਪੋਲਰ ਐਂਡ ਨੋਨ ਪੋਲਰ। ਆਪਾਂ ਨੂੰ ਪਤਾ ਹੀ ਹੈ ਵੀ ਨੋਨ ਪੋਲਰ ਦੀ ਡਾਈਪੋਲ ਮੂਵਮੈਂਟ 0 ਆ ਅਤੇ ਪੋਲਰ ਦੀ ਆਪਣੇ ਕੋਲ ਕੋਈ ਨਾ ਕੋਈ ਵੈਲਿਊ ਹੋਊਗੀ। ਹੁਣ ਜੇ ਡਾਈਪੋਲ ਮੂਵਮੈਂਟ ਵੈਲਿਊ 0 ਹੈ, ਠੀਕ ਹੈ, ਤਾਂ ਆਪਾਂ ਨੂੰ ਪਤਾ ਮੋਲੀਕਿਊਲ ਨੋਨ ਪੋਲਰ ਹੈ, ਜੇ ਨਹੀਂ 0 ਹੈਗੀ ਮੀਨਸ ਪੋਲਰ ਹੈ। ਡਿਗਰੀ ਆਫ ਪੋਲੈਰਿਟੀ, ਹੁਣ ਜੇ ਦੋਨੋਂ ਮੋਲੀਕਿਊਲ ਪੋਲਰ ਹੈ ਅਤੇ ਜਿਨ੍ਹਾਂ ਦੀ ਡਾਈਪੋਲ ਮੂਵਮੈਂਟ ਵੈਲਿਊ ਜ਼ਿਆਦਾ ਉਹ ਮੋਰ ਪੋਲਰ ਹੈ, ਅਤੇ ਜਿਹਦੀ ਡਾਈਪੋਲ ਮੂਵਮੈਂਟ ਵੈਲਿਊ ਘੱਟ ਹੈ ਉਹ ਆਪਣੇ ਕੋਲ ਲੈਸ ਪੋਲਰ ਹੈ। ਸ਼ੇਪਸ ਆਫ ਮੋਲੀਕਿਊਲ, ਹੁਣ ਸ਼ੇਪਸ ਆਫ ਮੋਲੀਕਿਊਲ ਦੇ ਵਿੱਚ ਦੇਖੋ AB4 ਹੈ, ਟੈਟਰਾਹੈਡਰਲ ਹੈ, ਡਾਈਪੋਲ ਮੂਵਮੈਂਟ 0 ਹੈ, ਡਾਈਪੋਲ ਮੂਵਮੈਂਟ 0 ਆ ਅਤੇ AB4 ਟਾਈਪ ਦਾ, ਮੀਨਸ ਤੁਹਾਡੇ ਕੋਲ ਜਿਓਮੈਟਰੀ ਟੈਟਰਾਹੈਡਰਲ ਆ। ਡਾਈਪੋਲ ਮੂਵਮੈਂਟ ਵੈਲਿਊ 0 ਆ, ਨੋਨ ਪੋਲਰ ਹੈ, ਡਾਈਪੋਲ ਮੂਵਮੈਂਟ ਵੈਲਿਊ 0 ਆ, ਮੋਲੀਕਿਊਲ AB3 ਟਾਈਪ ਦਾ, ਜਿਓਮੈਟਰੀ ਟਰਾਈਗਨਲ ਪਲੇਨਰ ਹੈ। AB2 ਟਾਈਪ ਦਾ ਤਾਂ ਡਾਈਪੋਲ ਮੂਵਮੈਂਟ 0 ਆ ਤਾਂ ਮੋਲੀਕਿਊਲ ਲੀਨੀਅਰ ਹੈ। ਦੈਟ ਮੀਨਸ ਤੁਹਾਨੂੰ ਡਾਈਪੋਲ ਮੂਵਮੈਂਟ ਵੈਲਿਊਜ਼ ਗਿਵਨ ਹੋਣ ਅਤੇ ਟਾਈਪ ਆਫ ਮੋਲੀਕਿਊਲ ਤੁਸੀਂ ਆਪ ਵੇਖਣੀ ਹੈ ਕਿ AB ਹੈ, AB2 ਆ, AB3 ਹੈ, ਤਾਂ ਉਹਦੇ ਤੋਂ ਤੁਸੀਂ ਉਹਦੀ ਜਿਓਮੈਟਰੀ ਦੱਸ ਸਕਦੇ ਹੋ ਡਾਈਪੋਲ ਮੂਵਮੈਂਟ ਵੈਲਿਊ ਤੋਂ। ਜ਼ਿਆਦਾਤਰ ਆਪਾਂ 0 ਵਾਲੀ ਤੋਂ ਦੱਸ ਸਕਦੇ ਹਾਂ, ਠੀਕ ਹੈ। ਅਤੇ ਜੇ ਆਪਣੇ ਕੋਲ ਹੈਗਾ ਦੂਸਰੀ, ਜੇ ਕੋਈ ਵੈਲਿਊ ਵੀ ਦਿੱਤੀ ਹੈ ਤਾਂ ਫਿਰ ਵੀ ਆਪਾਂ ਨੂੰ ਕੀ ਹੈ, ਥੋੜ੍ਹਾ ਬਹੁਤ ਗੈਸ ਹੋ ਜਾਂਦਾ ਕਿ ਇਹਦੀ ਜਿਹੜੀ ਵੈਲਿਊ ਹੈਗੀ ਹੈ ਜੇ ਉਹ 0 ਨਹੀਂ ਹੈਗੀ, ਦੈਟ ਮੀਨਸ AB4 ਟਾਈਪ ਦਾ ਨਹੀਂ 0 ਹੈਗੀ, ਤਾਂ ਆਪਣੇ ਕੋਲ ਜਿਹੜੀ ਉਹਦੀ ਜਿਓਮੈਟਰੀ ਆ ਉਹਦੇ ਵਿੱਚ ਕੋਈ ਨਾ ਕੋਈ ਡਿਸਟੋਰਸ਼ਨ ਹੈਗਾ, ਜਾਂ ਤਾਂ ਲੋਨ ਪੇਅਰ ਹੋਣਗੇ ਅਤੇ ਜਾਂ ਮਤਲਬ ਉਹਦਾ ਕੋਈ ਨਾ ਕੋਈ ਬੌਂਡ ਛੋਟਾ ਵੱਡਾ ਹੋਊਗਾ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਹੈਗੇ ਆ ਆਹ ਵਾਲੇ ਜਿਹੜੇ ਆਇਨਿਕ ਕਰੈਕਟਰ ਜਿਹੜਾ ਹੈਗਾ ਉਹ ਫਾਈਂਡ ਕਰਨਾ ਹੋਵੇ ਤਾਂ ਇਹਦੇ ਲਈ ਤੁਹਾਨੂੰ ਓਬਜ਼ਰਵਡ ਡਾਈਪੋਲ ਮੂਵਮੈਂਟ ਗਿਵਨ ਹੋਊਗੀ, ਠੀਕ ਹੈ। ਅਤੇ ਡਾਈਪੋਲ ਮੂਵਮੈਂਟ ਜਿਹੜੀ ਹੈਗੀ ਆਪਾਂ ਕੈਲਕੂਲੇਟ ਕਰ ਲਾਂਗੇ Q/D ਤੋਂ। Q ਚਾਰਜ 4.8 × 10⁻10 ਅਤੇ D ਤੁਹਾਨੂੰ ਗਿਵਨ ਹੋਏਗਾ। ਓਬਜ਼ਰਵ ਆਪਾਂ ਕੈਲਕੂਲੇਟ ਕਰ ਲਾਂਗੇ, ਦੂਸਰੀ ਨੀਚੇ ਵਾਲੀ ਤੁਹਾਨੂੰ ਦਿੱਤੀ ਹੋਊਗੀ × 100 ਕਰਕੇ ਕਿ ਬੌਂਡ ਦੇ ਵਿੱਚ ਕਿੰਨਾ ਆਇਨਿਕ ਕਰੈਕਟਰ ਹੈਗਾ, ਠੀਕ ਹੈ। ਦੈਨ ਉਸ ਤੋਂ ਬਾਅਦ ਸਿਸ ਅਤੇ ਟਰਾਂਸ ਆਈਸੋਮਰ, ਅਤੇ ਜਿਹੜਾ ਆਹ ਦੋਨੋਂ ਪੁਆਇੰਟ ਨੇ ਇਹ ਔਰਗੈਨਿਕ ਕੈਮਿਸਟਰੀ ਨਾਲ ਰਿਲੇਟਡ ਨੇ, ਤਾਂ ਜਦੋਂ ਤੁਸੀਂ ਔਰਗੈਨਿਕ ਕਰੋਗੇ ਤਾਂ ਉੱਥੇ ਆਪਾਂ ਇਹਨਾਂ ਨੂੰ ਡਿਸਕਸ ਕਰਾਂਗੇ। ਫਿਲਹਾਲ ਯੂ ਪੀਪਲ ਕੈਨ ਲੀਵ ਥੀਸ ਪੁਆਇੰਟਸ ਅਪ ਟੂ 4th ਪੁਆਇੰਟ ਯੂ ਪੀਪਲ ਕੈਨ ਡੂ, ਠੀਕ ਹੈ। ਨੈਕਸਟ 2 points we will discuss in organic chemistry. So this is all about dipole moment. Do the each and everything in dipole moment, every question, everything, ਠੀਕ ਹੈ, ਕਿਉਂਕਿ ਇਹਦਾ ਕੰਸੈਪਟ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਹਰੇਕ ਜਿਹੜੀ ਐਗਜ਼ਾਮਪਲ ਆ ਉਹਦੀ ਜਿਹੜੀ ਡਾਈਪੋਲ ਮੂਵਮੈਂਟ ਵੈਲਿਊਜ਼ ਤੁਸੀਂ ਕਰਨੀਆਂ ਨੇ, ਵੈਲਿਊਜ਼ ਚਾਹੇ ਤੁਹਾਨੂੰ ਨਾ ਯਾਦ ਰਹਿਣ ਬਟ ਸਟਿਲ ਇੰਨਾ ਜ਼ਰੂਰ ਯਾਦ ਰਵੇ ਕਿ ਇਜ਼ ਦਾ ਡਾਈਪੋਲ ਮੂਵਮੈਂਟ 0 ਔਰ ਨਾਟ 0, ਠੀਕ ਹੈ। ਤੁਸੀਂ ਇੰਨਾ ਦੱਸ ਸਕੋ ਕਿ ਮੋਲੀਕਿਊਲ ਪੋਲਰ ਹੈ ਕਿ ਨੋਨ ਪੋਲਰ ਹੈ। ਆਹ ਕੁਐਸਚਨ ਖੁਦ ਕਰਨਾ ਹੈ। ਇਫ ਯੂ ਡੋਂਟ ਗੈਟ ਦੈਨ ਆਸਕ ਮੀ, ਓਕੇ, ਵੀ ਵਿਲ ਡਿਸਕਸ ਇਨ ਦਾ ਲਾਈਵ ਕਲਾਸ।